ਸਤਿ ਸ੍ਰੀ ਅਕਾਲ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੜ ਮੋਦੀ ਸਰਕਾਰ ਯਾਨੀ ਕਿ ਪ੍ਰਾਈਮ ਮਿਨਿਸਟਰ ਮੋਦੀ ਨਾਲ ਸਿੱਧਾ ਟਕਰਾਅ ਵਿੱਚ ਆ ਗਿਆ। ਇਸ ਦਾ ਅਸੀਂ ਕਾਰਨ ਅੱਗੇ ਦੱਸਾਂਗੇ, ਪਰ ਇਹ ਦੱਸਦੇ ਹਾਂ ਕਿ ਜਿਸ ਪ੍ਰਕਾਰ ਮੋਦੀ ਸਰਕਾਰ ਅਤੇ ਬੀਜੇਪੀ ਦੇ ਲੀਡਰ ਬਾਰ-ਬਾਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਅਲਾਇੰਸ ਨਹੀਂ ਕਰਨਾ 2024 ਦੀਆਂ ਚੋਣਾਂ 'ਚ, ਅਤੇ ਉਹ ਆਪਣੇ ਬਲਬੂਤੇ ਹੀ ਚੋਣਾਂ ਲੜਨਗੇ। ਤੋ ਇਸ ਸ਼ਰਮਿੰਦਗੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਪੱਤੇ ਸਿੱਧੇ ਕਰਤੇ ਹਨ, ਖੋਲ੍ਹ ਕੇ ਸਾਹਮਣੇ ਰੱਖ ਦਿੱਤੇ ਹਨ। ਅਤੇ ਇਸ ਦੀ ਵੱਡੀ ਮਿਸਾਲ ਜੋ ਹੈ ਉਹ ਇਹ ਹੋਈ ਹੈ ਕਿ ਮੌਨਸੂਨ ਸੈਸ਼ਨ ਵਿੱਚ ਦਿੱਲੀ ਸਰਵਿਸਿਜ਼ ਬਿੱਲ 2023 'ਤੇ ਡਿਬੇਟ ਵਿੱਚ ਹਿੱਸਾ ਲੈਂਦਿਆਂ ਯਾਨੀ ਬਹਿਸ ਵਿੱਚ ਹਿੱਸਾ ਲੈਂਦਿਆਂ ਪਾਰਲੀਮੈਂਟ ਵਿੱਚ ਹਰਸਿਮਰਤ ਕੌਰ ਨੇ ਇਸ ਬਿੱਲ ਨੂੰ ਇਹ ਕਹਿ ਕੇ ਨਿੰਦਿਆ ਕਿ ਇਹ ਜੋ ਸਾਡੇ ਦੇਸ਼ ਦਾ ਫੈਡਰਲ ਸਿਸਟਮ ਹੈ ਉਸ ਉੱਪਰ ਸਿੱਧਾ ਹਮਲਾ ਹੈ। ਸੋ ਮੋਦੀ ਸਰਕਾਰ ਨੇ ਪਹਿਲੀ ਵਾਰੀ ਪਾਰਲੀਮੈਂਟ ਵਿੱਚ ਇਹ ਗੱਲ ਸੁਣੀ ਕਿ ਹਰਸਿਮਰਤ ਕੌਰ ਨੇ ਕਿਹਾ ਕਿ ਇਸ ਦਾ ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਬਹੁਤ ਖਤਰਾ ਪੈਦਾ ਹੋ ਰਿਹਾ ਹੈ, ਔਰ ਜੋ ਇਹ ਕਾਰਵਾਈ ਹੈ ਇਸ ਦੀ ਉਹਨੇ ਕੜੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ। ਅਤੇ ਉਹਨੇ ਬਿੱਲ ਦਾ ਵਿਰੋਧ ਕਰਦੇ ਹੋਏ ਇਹ ਵੀ ਕਿਹਾ ਕਿ ਇਹਦੇ ਵਿੱਚ ਅਸੀਂ ਵੋਟਾਂ ਇਸ ਬਿੱਲ ਦੇ ਵਿਰੁੱਧ ਪਾਵਾਂਗੇ ਚਾਹੇ ਬਿੱਲ ਪਾਸ ਹੋ ਗਿਆ, ਕਿਉਂਕਿ ਉਹਨਾਂ ਕੋਲ ਅੰਨੀ ਸੰਖਿਆ 303 MP ਹਨ। ਸੋ ਉਹਨਾਂ ਨੂੰ ਬਿੱਲ ਪਾਸ ਹੋਣ ਦੀ ਬਹੁਤ ਜ਼ਿਆਦਾ ਜਿਹੜੀ ਸੀ ਛੋਟੀ ਸੀ, ਫੇਲ ਹੋਣ ਦਾ ਕੋਈ 0% ਵੀ ਚਾਂਸ ਨਹੀਂ ਸੀ। ਪਰ ਉਸੇ ਹੀ ਸਮੇਂ ਉਸਨੇ ਕੇਜਰੀਵਾਲ ਉੱਤੇ ਵੀ ਹਮਲੇ ਕੀਤੇ ਅਤੇ ਉਸ ਨੂੰ ਖੂਬ ਨਿੰਦਿਆ ਅਤੇ ਕਿਹਾ ਕਿ ਉਹ ਪੰਜਾਬ ਵਿੱਚ ਜੋ ਹੈ ਉਸਨੇ ਜੋ ਖਿਲਵਾੜ ਪਾਇਆ ਉਸ ਨਾਲ ਪੰਜਾਬ ਦਾ ਬੜਾ ਨੁਕਸਾਨ ਹੋ ਰਿਹਾ। ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਆਮ ਆਦਮੀ ਪਾਰਟੀ ਦਾ ਜੋ ਹੈ ਸ਼ਰੀਕਾ ਹੈ, ਕਿਉਂਕਿ ਇਹ ਪਹਿਲੀ ਵਾਰੀ ਹੋਇਆ ਕਿ 2021 ਦੀਆਂ ਚੋਣਾਂ ਵਿੱਚ ਯਾਨੀ ਅਸੈਂਬਲੀ ਵਿੱਚ ਸਿਰਫ 3 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਅਤੇ ਸੁਖਬੀਰ ਬਾਦਲ ਵੀ ਚੋਣ ਹਾਰ ਗਏ। ਉਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੀ ਚੋਣਾਂ ਹਾਰ ਗਏ। ਉਹਨਾਂ ਦਾ ਸਾਲਾ ਬਿਕਰਮ ਮਜੀਠੀਆ ਵੀ ਚੋਣਾਂ ਹਾਰ ਗਿਆ ਅਤੇ ਹੋਰ ਵੀ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਉਹ ਸੀਟਾਂ ਹਾਰ ਗਏ ਅਤੇ ਕਈਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਪਰ ਇਸ ਬਿੱਲ ਰਾਹੀਂ ਉਹਨਾਂ ਨੇ ਜਿੱਥੇ ਬੀਜੇਪੀ ਨੂੰ ਇੱਕ ਸੁਨੇਹਾ ਦਿੱਤਾ ਅਤੇ ਆਪਣੀ ਵੱਖਰੀ ਪੋਲੀਟੀਕਲ ਲਾਈਨ ਜੋ ਕਿ ਫੈਡਰਲਿਜ਼ਮ ਦੀ ਗੱਲ ਕਰਦੇ ਹਨ, ਜਿਸ ਦਾ ਸਿੱਧਾ ਸੰਬੰਧ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨਾਲ ਹੈ, ਉਸਨੇ ਬਾਰ-ਬਾਰ ਕਿਹਾ ਹੈ ਕਿ ਉਸਦੇ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਇਸ ਫੈਡਰਲ ਸਿਸਟਮ ਲਈ ਬੜੀ ਲੰਬੀ ਲੜਾਈ ਲੜੀ ਹੈ। ਸਟੇਟਾਂ ਦੇ ਅਧਿਕਾਰਾਂ ਨੂੰ ਵੱਧ ਅਧਿਕਾਰਾਂ ਵਿੱਚ ਬਦਲਣ ਲਈ ਵੀ ਉਹਨਾਂ ਨੇ ਬੜਾ ਸੰਘਰਸ਼ ਕੀਤਾ ਹੈ ਅਤੇ ਲੰਬੀਆਂ ਜੇਲ੍ਹਾਂ ਵੀ ਕੱਟੀਆਂ ਹਨ। ਪਰ ਇਸ ਮੌਕੇ ਉਹਨਾਂ ਦਾ ਇਹ ਕਹਿਣਾ ਉਹਨਾਂ ਦੀ ਦੋਗਲੀ ਨੀਤੀ ਵੱਲ ਵੀ ਸੰਕੇਤ ਕਰਦਾ ਹੈ, ਕਿਉਂਕਿ ਬੀਜੇਪੀ ਨਾਲ ਪਿਛਲੇ 26 ਸਾਲ ਦੀ ਉਹਨਾਂ ਦੀ ਸਿਆਸੀ ਸਾਂਝ ਸੀ, ਜਿਸ ਸਾਂਝ ਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਕਿ ਸਾਡੀ ਅਨਕੰਡੀਸ਼ਨਲ ਸਪੋਰਟ ਹੈ। ਇਹ ਬੜਾ ਬੋਗਸ ਸਟੈਂਡ ਹੈ ਕਿ ਤੁਸੀਂ ਕਿਸੇ ਸਿਆਸੀ ਪਾਰਟੀ ਨੂੰ ਸਪੋਰਟ ਕਰ ਰਹੇ ਹੋਵੋ ਅਤੇ ਉਹ ਅਨਕੰਡੀਸ਼ਨਲ ਹੋਵੇ
ਤੁਹਾਡੇ ਪੰਜਾਬ ਦੀਆਂ ਤੇ ਸਿੱਖ ਮਿਨੋਰਿਟੀ ਦੀਆਂ ਇਤਨੀਆਂ ਮੰਗਾਂ ਪਈਆਂ ਹੋਈਆਂ ਜਿਹੜੀਆਂ ਅੱਜ ਤੱਕ ਨਹੀਂ ਪੂਰੀਆਂ ਹੋ ਰਹੀਆਂ, ਨਾ ਕਾਂਗਰਸ ਨੇ ਕੀਤੀਆਂ ਤੇ ਨਾ ਹੀ ਬੀਜੇਪੀ ਕਰ ਰਹੀ ਹੈ। ਸਗੋਂ ਬੀਜੇਪੀ ਤਾਂ ਇੱਥੋਂ ਤੱਕ ਉਤਰ ਆਈ ਹੈ ਕਿ ਉਹ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ, ਉਸ ਵਿੱਚ ਵੀ ਉਹ ਇਤਨਾ ਅਦਲ ਬਦਲ ਕਰ ਰਹੀ ਹੈ ਕਿ ਪੰਜਾਬ ਦੇ ਅਧਿਕਾਰ ਘਟਾ ਰਹੀ ਹੈ। ਹੁਣ ਉੱਥੇ ਹਰਿਆਣੇ ਦੀ ਅਸੈਂਬਲੀ ਬਣਨ ਲਈ ਤਤਪਰ ਹੈ ਹਰਿਆਣਾ, ਔਰ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੀ ਪੂਰੀ ਮਦਦ ਕਰ ਰਹੇ ਹਨ। ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੇ ਮੈਂਬਰ ਨੂੰ ਕੱਢ ਦਿੱਤਾ ਗਿਆ ਅਤੇ ਇਸ ਪ੍ਰਕਾਰ ਪਾਣੀਆਂ ਦੀ ਗੱਲ, ਹੋਰ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਆਦਿ ਉੱਪਰ ਸਭ ਪਾਸੇ 26 ਸਾਲ ਸ਼੍ਰੋਮਣੀ ਅਕਾਲੀ ਦਲ ਚੁੱਪ ਕਰਕੇ ਬੈਠਾ ਰਿਹਾ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਪਿੱਠੂ ਬਣ ਕੇ ਤੇ ਉਹਨਾਂ ਨਾਲ ਰਲ ਕੇ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਅਤੇ ਸਰਕਾਰਾਂ ਰਾਹੀਂ RSS ਤੇ BJP ਦੀਆਂ ਪਿੰਡਾਂ ਵਿੱਚ ਜੜ੍ਹਾਂ ਲਾਈਆਂ, ਜਿਹੜੀ ਕਿ ਫਿਰਕਾ ਪ੍ਰਸਤ ਪਾਰਟੀ ਹੈ, ਜਿਹੜੀ ਕਿ ਡੈਮੋਕ੍ਰੇਸੀ ਦੀ ਕੋਈ ਕਦਰ ਨਹੀਂ ਕਰਦੀ, ਜਿਹੜੀ ਕਿ ਕੌਨਸਟੀਟਿਊਸ਼ਨ ਨੂੰ ਨਹੀਂ ਮੰਨਦੀ, ਜਿਸ ਨੇ ਸਾਰੀ ਪ੍ਰੈਸ ਨੂੰ ਗੂੰਗਾ ਬਣਾ ਦਿੱਤਾ ਹੈ। ਔਰ ਪ੍ਰੈਸ ਨੂੰ, ਜਿਹਨੂੰ ਕਿ ਅੱਜ ਕੱਲ੍ਹ ਗੋਦੀ ਮੀਡੀਆ ਕੋਈ ਕਹਿੰਦਾ, ਕੋਈ ਸਪਾਰੀ ਮੀਡੀਆ ਕਹਿੰਦਾ ਹੈ, ਔਰ ਉਹਨਾਂ ਕੋਲ ਜੇਕਰ ਨਹੀਂ ਕਾਬੂ ਹੋ ਰਿਹਾ ਤਾਂ ਸਿਰਫ ਜੁਡੀਸ਼ਰੀ ਕਾਬੂ ਨਹੀਂ ਹੋ ਰਹੀ, ਬਾਕੀ ਸਭ ਕੁਝ ਉਹਨਾਂ ਨੇ ਖਰੀਦ ਲਿਆ। ਜਿਹੜਾ ਜਿਸ ਤਰ੍ਹਾਂ ਸੋਧਿਆ ਜਾ ਸਕਿਆ ਉੱਦਾਂ ਹੀ ਸੋਧਿਆ, ਕਿਸੇ ਨੂੰ ਇਨਕਮ ਟੈਕਸ ਨਾਲ, ਕਿਸੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਰਾਹੀਂ ਛਾਪੇ ਮਰਵਾ ਕੇ, ਯਾਨੀ ED ਰਾਹੀਂ, ਅਤੇ ਕੁਝ ਲੋਕਾਂ ਨੂੰ ਜੋ ਹੈ NIA ਦੇ ਰਾਹੀਂ ਕੇਸਾਂ ਨੂੰ ਉਹਨਾਂ ਉੱਪਰ ਜੋ ਬਣਾ ਕੇ, ਜੋ ਮਨੀ ਲਾਂਡਰਿੰਗ ਦੇ ਕੇਸ, ਔਰ ਉਹ ਸਾਰਾ ਕੁਝ ਉਹਨਾਂ ਨੇ ਕੰਮ ਸਿੱਧਾ ਕੀਤਾ। ਸਰਕਾਰਾਂ ਤੋੜੀਆਂ, ਮੱਧ ਪ੍ਰਦੇਸ਼ ਤੋੜੀ, ਕਰਨਾਟਕਾ 'ਚ ਤੋੜੀ, ਮਹਾਰਾਸ਼ਟਰ 'ਚ ਤੋੜੀ। ਸੋ ਇਸ ਪ੍ਰਕਾਰ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਜੋ ਲੋਕਤੰਤਰ ਕਦਰਾਂ ਕੀਮਤਾਂ ਉਹਨਾਂ ਦਾ BJP ਨੇ ਪਿਛਲੇ 9 ਸਾਲ ਬੜਾ ਘਾਣ ਕੀਤਾ ਹੈ। ਪਰ ਊਂਠ ਦਾ ਬੁੱਲ ਡਿੱਗਣ ਵਾਲੀ ਗੱਲ ਹੈ ਤੇ ਗਿੱਦੜ ਉਹਦੇ ਥੱਲੇ ਤੁਰਿਆ ਜਾਂਦਾ ਰਾਜਸਥਾਨ 'ਚ। ਇਸੇ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੀ ਇਸ ਇੰਤਜ਼ਾਰ 'ਚ ਰਹੇ ਕਿ ਉਹਨਾਂ ਦੇ ਬੁੱਲ ਗਿਰੇਗਾ ਤੇ ਉਹਨਾਂ ਨਾਲ BJP ਅਲਾਇੰਸ ਕਰੇਗੀ। ਉਹਨਾਂ ਨੂੰ ਹਲੇ ਵੀ ਲੱਗਦਾ ਕਿ ਉਹ ਅਲਾਇੰਸ ਕਰੇਗੀ, ਜਦ ਕਿ ਉਹ ਬਾਰ-ਬਾਰ ਇਹ ਕਹਿ ਗਏ ਕਿ ਅਸੀਂ ਅਕਾਲੀ ਦਲ ਨਾਲ ਸਾਡਾ ਕੋਈ ਅਲਾਇੰਸ ਨਹੀਂ, ਉਹਨਾਂ ਨੂੰ ਬੇਇੱਜ਼ਤ ਕਰ ਰਹੇ ਹਨ, ਉਹਨਾਂ ਨੂੰ ਸ਼ਰਮਿੰਦੇ ਕਰ ਰਹੇ ਹਨ। ਸੋ ਇਸ ਸ਼ਰਮਿੰਦਗੀ ਤੋਂ ਨਿਕਲਣ ਲਈ ਹਰਸਿਮਰਤ ਕੌਰ ਨੇ ਜੋ ਬਿਲਕੁਲ ਇੱਕ ਵੱਖਰਾ ਸਟੈਂਡ ਮੋਦੀ ਸਰਕਾਰ ਦੇ ਵਿਰੁੱਧ ਲਿਆ ਅਤੇ ਉਹਦੇ ਉੱਪਰ ਜੋ ਹਮਲਾ ਕੀਤਾ ਹੈ ਕਿ ਮੋਦੀ ਸਰਕਾਰ ਜੋ ਹੈ ਸਾਡੇ ਫੈਡਰਲ ਸਿਸਟਮ ਨੂੰ ਡੈਮੇਜ ਕਰ ਰਹੀ ਹੈ, ਔਰ ਸੰਵਿਧਾਨ ਵਿੱਚ ਫੈਡਰਲ ਸਿਸਟਮ ਦੇ ਉੱਪਰ ਵੀ ਹਮਲਾ ਕੀਤਾ ਹੈ। ਇਸ ਤਰ੍ਹਾਂ ਸਟੇਟਾਂ ਦੇ ਅਧਿਕਾਰ ਵੀ ਖੋਏ ਹਨ। ਪਰ ਕੇਜਰੀਵਾਲ ਨੂੰ ਉਹਨਾਂ ਨੇ ਖੂਬ ਭੰਡਿਆ ਹੈ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜੋ ਪਾਰਲੀਮੈਂਟ ਦੇ ਸੈਸ਼ਨ ਵਿੱਚ ਇਸ ਬਿੱਲ ਦੀ ਬਹਿਸ ਤੇ ਹਰਸਿਮਰਤ ਕੌਰ ਨੇ ਤੇ ਪੱਕਾ ਸਟੈਂਡ ਲਿਆ, ਪਰ ਸੁਖਬੀਰ ਬਾਦਲ ਕਿੱਥੇ ਪ੍ਰੈਸ ਵਿੱਚ ਵੀ ਔਰ ਕਿੱਥੇ ਹੋਰ ਵੀ, ਯਾਨੀ ਪਾਰਲੀਮੈਂਟ ਦੇ ਬਾਹਰ ਵੀ ਨਿਕਲ ਕੇ ਉਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਇਸ ਇਸ਼ੂ ਤੇ ਕਿ ਉਹ ਇਸ ਦਾ ਵਿਰੋਧ ਕਰਦੇ ਹਨ। ਨਾ ਹੀ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਆ ਕੇ ਹੀ ਕੋਈ ਅਜਿਹੀ ਸਟੇਟਮੈਂਟ ਦਿੱਤੀ ਹੈ ਕਿ ਉਹ ਇਸ ਬਿੱਲ ਦਾ ਇਸ ਲਈ ਵਿਰੋਧ ਕਰਦੇ ਹਨ ਕਿਉਂਕਿ ਉਹਨਾਂ ਦੀ ਇਹ ਬੜੇ ਲੰਬੇ ਸਮੇਂ ਤੋਂ ਮੰਗ ਹੈ ਕਿ ਦੇਸ਼ ਦੀਆਂ ਪ੍ਰਾਂਤਾਂ ਨੂੰ, ਸਟੇਟਸ ਨੂੰ, ਯੂਨੀਅਨ ਟੈਰੀਟਰੀ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ। ਔਰ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜੋ ਅਕਾਲੀ ਦਲ ਦਾ ਮੁੱਖ ਪੋਲੀਟੀਕਲ ਰੈਜ਼ੋਲੂਸ਼ਨ ਹੈ, ਉਸ ਬਾਰੇ ਵੀ ਸੁਖਬੀਰ ਬਾਦਲ ਕੋਈ ਚਰਚਾ ਨਹੀਂ ਕਰ ਰਹੇ। ਅਤੇ ਇਹ ਤੁਸੀਂ ਦੇਖਿਆ ਵੀ ਹੋਣਾ ਕਿ ਸੁਖਬੀਰ ਬਾਦਲ ਚੁੱਪ ਰਹਿੰਦੇ ਹਨ ਅਤੇ BJP ਦੇ ਵਿਰੁੱਧ ਕੋਈ ਬਹੁਤੀ ਕਿਸੇ ਕਿਸਮ ਦੀ ਐਂਟੀ ਆਪਣਾ ਸਟੇਟਮੈਂਟ ਵੀ ਨਹੀਂ ਦਿੰਦੇ, ਕੋਈ ਵਿਚਾਰ ਵੀ ਨਹੀਂ ਪੇਸ਼ ਕਰਦੇ।
ਕਿਉਂਕਿ ਉਹਨਾਂ ਨੂੰ ਹਲੇ ਵੀ ਆਸ ਹੈ ਕਿ 2024 ਦੀਆਂ ਚੋਣਾਂ ਦੇ ਨਜ਼ਦੀਕ ਆ ਕੇ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੁੜ ਪੰਜਾਬ ਵਿੱਚ ਅਲਾਇੰਸ ਬੀਜੇਪੀ ਨਾਲ ਹੋ ਜਾਏ। ਪਰ ਦੂਜੇ ਪਾਸੇ ਜੋ ਸੰਭਾਵਨਾਵਾਂ ਬਣ ਰਹੀਆਂ ਹਨ ਉਹਦੇ 'ਚ ਇਹ ਬਣ ਰਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜੋ ਨੈਸ਼ਨਲ ਲੈਵਲ ਉੱਪਰ ਜਿਹੜੀ ਸਾਂਝ ਪਈ ਹੈ ਐਂਟੀ ਮੋਦੀ ਜੋ 26 ਪਾਰਟੀਆਂ ਇਕੱਠੀਆਂ ਹੋਈਆਂ ਹਨ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਕੇਜਰੀਵਾਲ ਜੀ ਵੀ ਮੀਟਿੰਗਾਂ ਅਟੈਂਡ ਕਰਦੇ ਹਨ ਅਤੇ ਉਸ ਜੁੱਟ ਦੇ ਉਸ ਅਲਾਇੰਸ ਦੇ ਗੱਠਜੋੜ ਦੇ ਉਹ ਪੱਕੇ ਮੈਂਬਰ ਬਣ ਚੁੱਕੇ ਹਨ। ਸੋ ਇਹ ਆਸ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਨਾਲ ਹੀ ਗੱਠਜੋੜ ਕਰਕੇ ਲੜਾਈ ਇਲੈਕਸ਼ਨਾਂ ਲੜੇ। ਪਰ 2024 ਦੀਆਂ ਚੋਣਾਂ ਤਾਂ ਡੈਫੀਨੇਟਲੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਅਲਾਇੰਸ ਕਰਕੇ ਗੱਠਜੋੜ ਕਰਕੇ ਲੜਨਗੀਆਂ। ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਹੋਰ ਅਕਾਲੀਆਂ ਦੇ ਕਈ ਵੱਖਰੇ ਵੱਖਰੇ ਜੋ ਵਰਸ਼ਨ ਹਨ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈ, ਇਹ ਸਾਰੇ ਬਾਹਰ ਰਹਿਣਗੇ ਕਿਉਂਕਿ ਬੀਜੇਪੀ ਇੱਕ ਆਪਣਾ ਵੱਖਰਾ ਪੰਜਾਬ ਵਿੱਚ ਜਿਹੜੀ ਇਹ ਗੁੱਟ ਇਕੱਠਾ ਕਰ ਰਹੀ ਹੈ ਜਿਹਦੇ 'ਚ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਉਸ ਵਿੱਚ ਹੀ ਹੋਰ ਜੋ ਪਾਰਟੀਆਂ ਹੋਣਗੀਆਂ ਉਹਨਾਂ ਰਾਹੀਂ ਉਹ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਔਰ ਉਹਨਾਂ ਨੇ ਬਹੁਤੀਆਂ ਹੁਣ ਪੰਜਾਬ ਦੀ ਜਿਹੜੀ ਬੀਜੇਪੀ ਦੀ ਸਟੇਟ ਯੂਨਿਟ ਹੈ ਉਹਦੇ ਵਿੱਚ ਹੁਣ ਬਹੁਤ ਜ਼ਿਆਦਾ ਰੋਲ ਉਹਨਾਂ ਨੇ ਕਾਂਗਰਸੀਆਂ ਨੂੰ ਦੇ ਦਿੱਤਾ ਹੈ। ਔਰ ਬੀਜੇਪੀ ਨੇ ਬੜੀ ਚੁਸਤੀ ਨਾਲ ਅਰੇ ਬੜਾ ਸਮੇਂ ਸਿਰ ਸੁਨੀਲ ਜਾਖੜ ਜੋ ਕਾਂਗਰਸ ਵਿੱਚੋਂ ਆਏ ਹਨ ਅਤੇ ਕਾਂਗਰਸ ਦੇ ਵੀ ਉਹ ਸਟੇਟ ਦੇ ਪ੍ਰੈਜ਼ੀਡੈਂਟ ਰਹੇ ਹਨ, ਮੈਂਬਰ ਪਾਰਲੀਮੈਂਟ ਰਹੇ ਹਨ, ਕਈ ਵਾਰੀ ਮਿਨਿਸਟਰ ਬਣੇ ਹਨ, ਉਹਨਾਂ ਨੂੰ ਬੀਜੇਪੀ ਦੇ ਪੰਜਾਬ ਯੂਨਿਟ ਦਾ ਪ੍ਰਧਾਨ ਬਣਾ ਦਿੱਤਾ ਹੈ ਅਤੇ ਉਹਨਾਂ ਦੇ ਆਲੇ ਦੁਆਲੇ ਉਹ ਸਾਰੇ ਕਾਂਗਰਸੀ ਜਿਨ੍ਹਾਂ ਉੱਪਰ ਕਰਪਸ਼ਨ ਦੇ ਦੋਸ਼ ਸੀ ਔਰ ਅਮਰਿੰਦਰ ਸਿੰਘ ਉਹਨਾਂ ਨੂੰ ਬੀਜੇਪੀ ਵਿੱਚ ਲੈ ਗਿਆ। ਇਸ ਉਹਨਾਂ ਨੂੰ ਅਸ਼ੋਰੈਂਸ ਦਿੱਤੀ, ਵਾਅਦਾ ਕੀਤਾ ਕਿ ਉਹਨਾਂ ਉੱਪਰ ਕੋਈ ਵੀ ਕਿਸੇ ਕਿਸਮ ਦੀ ਕਰਪਸ਼ਨ ਦੀ ਕਾਰਵਾਈ ਨਹੀਂ ਹੋਏਗੀ। ਉਹ ਸਾਰੇ ਹੁਣ ਅਗਲੀਆਂ ਚੋਣਾਂ ਵਿੱਚ 2024 'ਚ ਇਹ ਸਾਰੇ ਦਲ ਬਦਲੂ, ਰੰਗ ਬਦਲੂ ਕਾਂਗਰਸੀ ਬੀਜੇਪੀ ਲਈ ਸ਼ਰੇਆਮ ਖੁੱਲ੍ਹਾ ਕੰਮ ਕਰਨਗੇ। ਦੇਖਦੇ ਹਾਂ ਇਹਦੇ ਸਿੱਟੇ ਕੀ ਨਿਕਲਦੇ ਨੇ। ਪਰ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਪ੍ਰਕਾਰ 3 ਕਾਲੇ ਬਿੱਲਾਂ 'ਤੇ ਅਕਾਲੀ ਦਲ ਨੇ ਆਪਣਾ ਸਟੈਂਡ ਬਦਲਿਆ, ਮਿਨਿਸਟਰੀ ਹਰਸਿਮਰਤ ਕੌਰ ਨੇ ਰਿਜ਼ਾਈਨ ਕੀਤੀ, ਪਰ ਉਸ ਤੋਂ ਪਹਿਲਾਂ ਉਹਨਾਂ ਬਿੱਲਾਂ ਨੂੰ ਰਾਜ ਸਭਾ 'ਚ, ਪਾਰਲੀਮੈਂਟ 'ਚ, ਕੈਬਨਿਟ ਵਿੱਚ ਪਾਸ ਕਰਾਉਣ ਵਿੱਚ ਉਸਨੇ ਚੁੱਪੀ ਥਾਮ ਕੇ ਰੱਖੀ ਅਤੇ ਸਮਰਥਨ ਕੀਤਾ। ਸੋ ਉਸ ਨੂੰ ਜੋ ਰਿਜ਼ਾਈਨ ਕਰਕੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਦੀ ਕੈਬਨਿਟ 'ਚੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਆ ਗਿਆ ਤਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਐਵੇਂ ਲੱਗਿਆ ਜਿਵੇਂ ਇਹਨਾਂ ਨੇ ਉਹਦੀ ਬੈਕ ਵਿੱਚ, ਕਮਰ ਵਿੱਚ ਛੁਰਾ ਮਾਰ ਦਿੱਤਾ। ਹਲੇ ਉਹ ਗੱਲ ਵੀ ਨਹੀਂ ਉਹਨੂੰ ਭੁੱਲੀ ਅਤੇ ਹੁਣ ਜਿਹੜਾ ਇਹਨਾਂ ਨੇ ਦਿੱਲੀ ਸਰਵਿਸ ਬਿੱਲ 'ਤੇ ਮੋਦੀ ਦੇ ਫੈਸਲੇ ਦੇ ਵਿਰੁੱਧ ਜੋ ਪਾਰਲੀਮੈਂਟ 'ਚ ਸਟੈਂਡ ਲਿਆ ਅਤੇ ਉਹਦੀ ਜੋ ਕਰੜੀ ਨਿੰਦਾ ਕੀਤੀ, ਇਹ ਹੁਣ 1 ਤੇ 2 11 ਗੱਲਾਂ ਇਕੱਠੀਆਂ ਹੋ ਗਈਆਂ ਅਤੇ ਲੱਗਦਾ ਨਹੀਂ ਕਿ ਇਹੋ ਜਿਹੇ ਸਟੈਂਡ ਤੋਂ ਬਾਅਦ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਲਗਾਏਗੀ। ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਤੁਸੀਂ ਆਪਣੇ ਮਿੱਤਰਾਂ ਨਾਲ, ਸੰਗੀਆਂ ਨਾਲ, ਰਿਸ਼ਤੇਦਾਰਾਂ ਨਾਲ ਇਸ ਨੂੰ ਸਾਂਝੀ ਕਰੋ, ਇਸ ਨੂੰ ਵੱਧ ਤੋਂ ਵੱਧ ਕਿਉਂਕਿ ਅਜਿਹੀਆਂ ਰਿਪੋਰਟਾਂ ਗੋਦੀ ਮੀਡੀਆ ਨਹੀਂ ਬਣਾਉਂਦਾ ਵੀਡੀਓ ਅਤੇ ਨਾ ਹੀ ਪੇਸ਼ ਕਰਦਾ ਹੈ। ਇਹ ਨਿਰਪੱਖ ਆਜ਼ਾਦ ਪੱਤਰਕਾਰੀ ਦੀ ਕਮਾਲ ਹੈ ਕਿ ਅਸੀਂ ਇਹ ਵੀਡੀਓ ਤੁਹਾਡੇ ਸਾਹਮਣੇ ਬਣਾ ਕੇ ਪੇਸ਼ ਕਰ ਰਹੇ ਹਾਂ। ਔਰ ਗੁਜ਼ਾਰਿਸ਼ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ
ਉਹ ਇਸ ਨੂੰ ਸਬਸਕ੍ਰਾਈਬ ਕਰਨ। ਧੰਨਵਾਦ। ਸਤਿ ਸ੍ਰੀ ਅਕਾਲ।